ਸਤਿ ਸ਼੍ਰੀ ਅਕਾਲ। आज कोरोना अपडेट रोपड़ ਦੇ ਵਿੱਚ ਵਾਪਸ ਮੈਂ ਡਿਪਟੀ ਕਮਿਸ਼ਨਰ ਰੋਪੜ आपके साथ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਵੀ ਕੇਸਿਸ ਦੀ ਜਾਣਕਾਰੀ ਹੈਗੀ ਤੇ ਜੇ ਵਾਪਸ ਗਵਰਨमेंट की गाइडलाइंस ਹੈਗੀ ਉਹਨਾਂ ਦੇ ਸੰਬੰਧ ਦੇ ਵਿੱਚ ਇਸ ਦੇ ਵਿੱਚ मैं आपके साथ शेयर करना चाहती हूँ कि ਹੁਣ ਤੱਕ ਜਿਹੜੇ ਕੇਸਿਸ ਆਏ ਨੇ एक्टिव केसेस ਉਹ 243 ਹੈ 243 ਹੈਗੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ ਜੇਕਰ L1 L2 L3 ਦੀ ਗੱਲ ਕਰੀਏ ਤੇ ਟੋਟਲ ਕੇਸਿਸ L3 5 ਨੇ ਤੇ L GMCS ਸੈਕਟਰ 32 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਹੈਗਾ DH ਰੋਪੜ ਦੇ ਵਿੱਚ 13 ਕੇਸਿਸ ਜਿਹੜੇ ਹੈਗੇ ਉਹ ਐਡਮਿਟਡ ਨੇ ਤੇ ਉਹ ਇਲਾਜ ਲੈ ਰਹੇ ਨੇ ਆਪਣਾ SDH ਨੰਗਲ ਦੇ ਵਿੱਚ ਜੋ ਇੱਕ L2 ਫੈਸਿਲਿਟੀ ਹੈ ਉਸ ਦੇ ਵਿੱਚ 3 ਕੇਸਿਸ ਨੇ ਗਿਆਨ ਸਾਗਰ ਮੈਡੀਕਲ ਕਾਲਜ ਦੇ ਵਿੱਚ 4 ਕੋਵਿਡ ਕੇਅਰ ਸੈਂਟਰ ਅਨੰਦਪੁਰ ਸਾਹਿਬ ਦੇ ਵਿੱਚ 12 ਤੇ ਆਈਵੀ ਹਸਪੀਟਲ ਮੋਹਾਲੀ ਦੇ ਵਿੱਚ ਜਿਹੜੀ ਇੱਕ L2 ਪ੍ਰਾਈਵੇਟ ਫੈਸਿਲਿਟੀ ਹੈਗੀ 3 ਗ੍ਰੇਸ਼ਨ ਹਸਪੀਟਲ ਦੇ ਵਿੱਚ 2 ਤੇ ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ 5 ਤੇ ਪੋਜ਼ਿਟਿਵ ਕੇਸਿਸ ਰਾਜਿੰਦਰ ਹਸਪੀਟਲ ਪਟਿਆਲਾ ਦੇ ਵਿੱਚ 7 ਤੇ ਪਰਮਾਰ ਹਸਪੀਟਲ ਰੋਪੜ ਜੋ ਇੱਕ L1 ਫੈਸਿਲਿਟੀ ਹੈ ਦੇ ਵਿੱਚ 4 ਸੁਹਾਣਾ ਹਸਪੀਟਲ ਮੋਹਾਲੀ ਦੇ ਵਿੱਚ 2 ਰਾਜਾ ਹਸਪੀਟਲ SBS ਨਗਰ ਦੇ ਵਿੱਚ ਇੱਕ ਕੇਸ ਸੁਹਾਣਾ ਹਸਪੀਟਲ ਰੋਪੜ ਦੇ ਵਿੱਚ ਇੱਕ ਕੇਸ ਟੋਟਲ ਹੋਮ ਆਈਸੋਲੇਸ਼ਨ ਦੇ ਵਿੱਚ 169 ਕੇਸ ਨੇ ਟੋਟਲ ਮਿਲਾ ਕੇ ਜਿਹੜਾ ਹੈ ਇਹ 243 ਕੇਸਿਸ ਨੇ ਜਿਹੜੇ ਐਕਟਿਵ ਹੁਣ ਡਿਸਟ੍ਰਿਕਟ ਦੇ ਵਿੱਚ ਹੈਗੇ ਇਸ ਦੇ ਵਿੱਚ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਅੱਜ ਜੇਕਰ ਗੱਲ ਕਰੀਏ ਹੈਜ਼ ਬੀਨ ਅ ਵੈਰੀ ਅਨਫੋਰਚੂਨੇਟ ਡੇ ਫॉर ਅਸ ਪਿੱਛੇ ਕੁਝ ਦਿਨਾਂ ਤੋਂ ਸਾਡੇ ਡੈਥ ਦੇ ਵਿੱਚ ਥੋੜੀ ਸੀ ਲਗਾਮ ਲੱਗੀ ਸੀਗੀ ਤੇ ਅਸੀਂ ਥੋੜਾ ਸਾ ਸੋਚ ਰਹੇ ਸੀਗੇ ਕਿ ਸਥਿਤੀ ਵਧੀਆ ਹੋ ਰਹੀ ਹੈਗੀ ਹੁਣ ਵਾਪਸ ਰਿਕਵਰ ਹੋ ਰਹੀ ਹੈਗੀ ਲੇਕਿਨ ਅੱਜ 4 ਡੈਥਸ ਸਾਡੇ ਰੋਪੜ ਕੇਸਿਸ ਦੇ ਸੰਬੰਧਿਤ ਹੋਏ ਨੇ ਜਿਸ ਦੇ ਵਿੱਚ ਮੇਲ ਇੱਕ ਹੈ 55 ਸਾਲ ਦੇ ਇਹ ਪਟਵਾਰੀ ਸੀਗੇ ਸਾਡੇ ਘਨੌਲੀ ਸਰਕਲ ਦੇ ਵਿੱਚ ਉਹ ਮੰਡੇ ਨੂੰ ਹੀ 7 ਤਾਰੀਖ ਨੂੰ ਹੀ ਪੋਜ਼ਿਟਿਵ ਆਏ ਸੀਗੇ ਤੇ ਡੈਥ ਇਹਨਾਂ ਦੀ GMC ਪਟਿਆਲਾ ਦੇ ਵਿੱਚ ਲੈਵਲ 3 ਫੈਸਿਲਿਟੀ ਦੇ ਵਿੱਚ ਕੱਲ ਰਾਤੀ ਡਿਊ ਟੂ कॉम्प्लिकेशन एंड ब्रेथलेसनेस का इशू ਸੀਗਾ तो ਇਸ ਕਰਕੇ ਉਹਨਾਂ ਦੀ ਡੈਥ ਹੋ ਗਈ ਹੈਗੀ ਸਾਨੂੰ ਇਸ ਦਾ ਬਹੁਤ ਅਫਸੋਸ ਹੈ ਇਹਨਾਂ ਦੀ ਫੈਮਿਲੀ ਦੇ ਨਾਲ ਸਾਡਾ ਪੂਰਾ ਜਿਹੜੀ ਸਹਿਯੋਗ ਹੈ ਅਸੀਂ ਸਾਂਤਵਨਾ ਉਹਨਾਂ ਦੇ ਨਾਲ ਸ਼ੇਅਰ ਕਰਦੇ ਨੇ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਵੀ ਕੋਵਿਡ ਡਿਊਟੀ ਦੇ ਦੌਰਾਨ ਕੋਈ ਵੀ ਸਰਕਾਰੀ ਕਰਮਚਾਰੀ ਜੇਕਰ ਕੋਰੋਨਾ ਦੇ ਕਾਰਨ ਜਿਸ ਦੀ ਡੈਥ ਹੁੰਦੀ ਹੈਗੀ ਉਸ ਦੇ ਵਾਸਤੇ 50 ਲੱਖ ਰੁਪਏ ਦੀ ਐਕਸ ਗ੍ਰੈਸ਼ੀਆ ਗ੍ਰਾਂਟ ਜਿਹੜੀ ਹੈ ਸਰਕਾਰ ਵੱਲੋਂ ਆਲਰੇਡੀ ਡਿਕਲੇਅਰ ਕੀਤੀ ਗਈ ਹੈਗੀ ਅਸੀਂ ਇਨ ਪਟਵਾਰੀ ਕੇ ਲਈ ਵੀ ਇਹਨਾਂ ਦੇ ਪਰਿਵਾਰ ਵਾਸਤੇ ਵੀ ਇਹ ਗਵਰਨਮੈਂਟ ਗ੍ਰਾਂਟ ਜਿਹੜੀ ਹੈਗੀ ਉਹਨਾਂ ਨੂੰ ਐਕਸਟੈਂਡ ਕਰਾਂਗੇ ਅਨਫੋਰਚੂਨੇਟ ਹੈ ਬਿਲਕੁਲ ਬੇਸ਼ੱਕ ਇਸ ਤੋਂ ਉਹ ਵਾਪਸ ਨਹੀਂ ਲਾਏ ਜਾ ਸਕਦੇ ਲੇਕਿਨ ਜੋ ਵੀ ਸਾਡੇ ਤੋਂ ਬਣ ਸਕਦਾ ਹੈਗਾ ਉਹਨਾਂ ਦੇ ਪਰਿਵਾਰ ਵਾਸਤੇ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਮੇਲ ਹੈ 48 ਸਾਲ ਦੇ ਰੋਪੜ ਅੰਬੂਜਾ कॉलोनी दे ये मॉर्बिड ओबेसिटी ਦੇ शिकार ਸੀਗੇ इनका ऑक्सीजन लेवल काफ़ी घट गया ਸੀਗਾ ये DH ਰੋਪੜ ਦੇ ਵਿੱਚ ਉਹਨਾਂ ਦੀ ਅੱਜ ਡੈਥ ਹੋਈ ਹੈਗੀ ਮੇਲ ਹੈਗੀ 76 ਸਾਲ ਦੇ ਭਰਤਗੜ ਦੇ ਕਮਾਨ ਹਸਪੀਟਲ ਚੰਡੀ ਮੰਦਿਰ ਦੇ ਵਿੱਚ ਐਡਮਿਟ ਸੀਗੇ ਉੱਥੇ ਕੰਪਲਿਕੇਸ਼ਨਸ ਕਾਰਨ ਸਾਹ ਲੈਣ ਦੀ ਤਕਲੀਫ ਕਾਰਨ ਇਹਨਾਂ ਦੀ ਅੱਜ ਡੈਥ ਹੋਈ ਹੈਗੀ ਰੋਪੜ ਸਿਟੀ ਦੇ ਹੀ ਇੱਕ 54 ਸਾਲ ਦੇ ਮੇਲ ਹੈਗੇ ਜੋ ਪੈਨਕ੍ਰੀਆਟਿਕਸ ਬਿਮਾਰੀ ਦੇ ਸ਼ਿਕਾਰ ਸੀਗੇ ਤੇ ਪੀਜੀਆਈ ਦੇ ਵਿੱਚ ਭਰਤੀ ਸੀਗੇ ਤੇ ਅੱਜ ਉਹਨਾਂ ਦੀ ਉੱਥੇ ਡੈਥ ਹੋਈ ਹੈਗੀ ਵਿਚ ਹੈਜ਼ ਬੀਨ ਵੈਰੀ ਅਪਡੇਟ ਜਿਹੜੀ ਹੈਗੀ ਬਹੁਤ ਸਾਨੂੰ ਬਹੁਤ ਦੁੱਖ ਵੀ ਹੈਗਾ ਇਸ ਗੱਲ ਦਾ ਕਿ ਅੱਜ ਸਾਡਾ ਅਨਫੋਰਚੂਨੇਟ ਡੇ ਹੈ ਰੋਪੜ ਦਾ ਲੇਕਿਨ ਇਸੇ ਚੀਜ਼ ਤੋਂ ਇੱਕ ਸਾਨੂੰ ਜੇਕਰ ਅਸੀਂ ਲੈਸਨਸ ਲਈਏ ਇਹਨਾਂ ਦੀ ਡੈਥ ਆਡਿਟਸ ਵਗੈਰਾ ਦੀ ਜਿਹੜੀ ਅਸੀਂ ਕਰਦੇ ਨੇ ਹੁਣ ਜਿਹੜੇ ਕੇਸਿਸ ਆ ਰਹੇ ਨੇ ਜਿਵੇਂ ਆਪ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਹੁਣ ਹੋਮ ਆਈਸੋਲੇਸ਼ਨ ਦਾ ਮੁੱਦਾ ਸਰਕਾਰ ਵੱਲੋਂ ਵੀ ਬਹੁਤ ਹੀ ਵਾਰ ਤੁਹਾਡੇ ਨਾਲ ਵੀ ਸਾਂਝਾ ਕੀਤਾ ਗਿਆ ਹੈਗਾ ਕਿ ਹੋਮ ਆਈਸੋਲੇਸ਼ਨ ਅਸੀਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਜੇਕਰ ਪੋਜ਼ਿਟਿਵ ਵੀ ਆਉਂਦੇ ਹੋ
ਫਿਰ ਵੀ ਤੁਸੀਂ ਆਪਣੇ ਘਰ ਦੇ ਕੰਫਰਟ ਜ਼ੋਨ ਦੇ ਵਿੱਚ ਹੀ ਰਹੋ। ਜੇਕਰ ਤੁਸੀਂ ਆਈਸੋਲੇਟ ਘਰ ਦੇ ਵਿੱਚ ਹੀ ਹੋ ਸਕਦੇ ਹੋ, ਹੋਮ ਆਈਸੋਲੇਸ਼ਨ ਦੇ ਵਿੱਚ ਤੁਹਾਨੂੰ ਪੂਰੀ ਛੂਟ ਰਹੇਗੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹੋਗੇ। ਡਾਕਟਰਸ ਤੁਹਾਨੂੰ ਮੋਨੀਟਰ ਕਰਦੇ ਰਹਿਣਗੇ। ਸਾਡੇ ਜਿਹੜੇ कॉल सेंटर की पूरी टीम हैगी वो मॉनिटर करती हैगी घट तो घट दिन में 3 बार, जहाँ पे आपके वाइटल्स और आपके ऑक्सीजन लेवल्स वगैरह सारे पूछे जाते हैं। फिर भी कुछ लोग गलत प्रचार के कारण जी गलत अफवाहें फैलाई जा रही हैं, इस कारण फिर भी कुछ लोग समय ते अपना टेस्ट कराने नहीं आ रहे, समय ते अपना इलाज कराने वास्ते नहीं आ रहे। इतने पिछे केसेस देखे गए हैंगे कि जिथे डेट ऑफ सैंपलिंग डेट ऑफ डेथ सीगी। इसका मतलब ये है कि उस वेले जद इन्हां दी हालत बहुत ही बिगड़ गई, उस वेले ये L3 ਲੈਵਲ ਦੀ ਫੈਸਿਲਿਟੀ ਦੇ ਵਿੱਚ ਆਏ ਤੇ ਜਦ ਉਹਨਾਂ ਦਾ ਮੌਕੇ ਤੇ ਉੱਥੇ ਟੈਸਟ ਹੋਇਆ ਤੇ ਉਹਨਾਂ ਨੂੰ ਪੋਜ਼ਿਟਿਵ ਪਾਇਆ ਗਿਆ ਤੇ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀਗੀ ਕਈ ਕੇਸਾਂ ਦੇ ਵਿੱਚ ਕਿ ਉਸ ਤੋਂ ਬਾਅਦ ਡਾਕਟਰਸ ਦੇ ਕੋਲ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਸੇਵ ਕਰਨ ਦੇ ਵਾਸਤੇ ਟਾਈਮ ਨਹੀਂ ਬਾਕੀ ਸੀਗਾ। इस करके ਜਿਹੜੀ अफवाहें है ਹੁਣ ਤੁਸੀਂ ਸਾਰੇ देख रहे हो, सारे लोग इस चीज़ ਨੂੰ ध्यान से आप समझ भी रहे हैं कि एक सिर्फ ਜਿਹੜੇ कुछ शरारती कुछ गैर सामाजिक टाइप ਦੇ ਮੰਤਵ ਵਾਲੇ ਵਿਅਕਤੀ ਨੇ ਉਹਨਾਂ ਦੇ ਵੱਲੋਂ ਫੈਲਾਈ ਜਾ ਰਹੀ ਹੈ ਕਿ ਤੁਸੀਂ ਟੈਸਟ ਨਾ ਕਰਾਓ, ਤੁਸੀਂ ਜੀ ਹੋਮ ਆਈਸੋਲੇਟ ਨਾ ਹੋ, ਤੁਸੀਂ ਪਿੰਡ छोड़ के भज जाओ, ਤੁਸੀਂ ਸਰਕਾਰ ਦਾ ਸਾਥ ਨਾ ਦਿਓ। लेकिन इस चीज़ ਦੇ ਵਿੱਚ सिर्फ और सिर्फ खतरा ही है, सिर्फ डेंजर है, क्योंकि ये चीज़ कहीं सामने नहीं आई किसी भी केस दे विच जिथे जो ये अफवाहें चल रही हैं कि उसदे विच एक भी 1% दे विच भी कहीं सच्चाई नहीं है। जो ये अंग दी गल करते हैं कि अंग निकाल लेने हैं डॉक्टर, मैं आपको विश्वास दिलाना चाहती हूँ कि एक तो पहली गल कि ये चीज़ बिल्कुल भी सिरे तो गलत है। नाल ही जेकर कोई बंदा संक्रमित है, इन्फेक्टेड है, ਉਹਨਾਂ ਦੇ ਪਾਰਟਸ ਕਿਤੇ ਹੋਰ ਕਿਵੇਂ ਲੱਗ ਸਕਦੇ ਹਨ ਜੋ ਕਿਸੇ ਨੂੰ ਅਸੀਂ ਟੱਚ ਵੀ ਨਹੀਂ ਕਰ ਸਕਦੇ, ਉਸ ਵਿਅਕਤੀ ਨੂੰ ਉਹਨਾਂ ਦੇ ਪਾਰਟਸ ਕਿਸੇ ਹੋਰ ਨੂੰ ਕਿਵੇਂ ਡੋਨੇਟ ਹੋ ਸਕਦਾ ਹੈਗਾ। लेकिन फिर भी भोले भाले लोगों का नाजायज फायदा उठाते हुए कई अंसर इस तरह की बातें फैला रहे हैं ताकि माहौल बिगड़े। सूबे दे विच जिहड़ा अच्छा काम हो रहा सीगा, लोग टेस्टिंग वास्ते आ रहे सीगे, सोशल डिस्टेंसिंग का पालन भी कर रहे सीगे, वो सारी चीज़ें सिरे से खारिज हो जाए तो सूबे दे विच जिहड़ी डेथ रेट हैगी वो बहुत ज़्यादा इस करके ही वध रही हैगी, क्योंकि 60 से 70% केसेस दे विच सानू समय तो पता नहीं चलता कि व्यक्ति कोविड पॉजिटिव है या नहीं। इस करके आप सारियां तो मेरी फिर से हाथ जोड़ के बेनती है, अपने आले दुआले अपने परिवार दे अपने आप नू जेकर तुसी सेफ रखना चाहते हो तो जेकर तुहानू कोई भी सिम्टोमैटिक माइन्यूट सा भी लगता हैगा, 2 दिन से ज़्यादा का बुखार, सर्दी, खांसी कुछ भी, आप बिल्कुल सिविल हॉस्पिटल रोपड़ दे विच जां नंगल दे विच जां जहाँ भी सिविल हॉस्पिटल तुहाडा नेड़े पड़ता हैगा तुसी उत्थे जाके ज़रूर अपना सैंपल दो, टेस्ट कराओ ताकि तुसी समय रहते ही अपने आप नू बचा सको। ਇਹ ਗੱਲ ਵੀ ਠੀਕ ਹੈਗੀ ਕਿ ਜੇਕਰ ਅਗਰ ਗੱਲ ਕਰੀਏ ਤਾਂ 1124 ਕੇਸਿਸ ਦੇ ਵਿੱਚ ਜੋ ਹੁਣ ਤੱਕ ਅੱਜ ਤੱਕ ਪੋਜ਼ਿਟਿਵ ਆਏ ਨੇ डिस्ट्रिक्ट ਦੇ ਵਿੱਚ 842 केसेस ठीक होके अपने घर भी जा चुके हैं। तो इस करके बहुत ज़्यादा एक घबराने की लोड़ भी नहीं हैगी, क्योंकि 70% से ज़्यादा 75% से ज़्यादा लोग ठीक होके जा रहे हैं घर वापस। तो बाकी ਜਿਹੜੇ पॉजिटिव ਹੁਣ है भी साडे कोल ਜਿਹੜੇ ट्रीटमेंट ले रहे हैं ਉਹਨਾਂ ਦੇ ਵਿੱਚੋਂ भी ज़्यादातर केसेस बहुत ही जल्दी ठीक होके अपने घर वापस लौटणगे। इस करके आप सारिਆਂ ਨੂੰ एक होर अपील भी वापस मैं कर रही हूँ कि प्लीज़ सामने आए, टेस्टिंग कराएं, अपने और अपने परिवार को बचाएं, क्योंकि जल्द ही जिवें इस दे विच कह सकते हैं कि जेकर इस बीमारी का तोड़ यही हैगा कि जेकर असीं इस नूं अर्ली डिटेक्ट कर सके तो जिहड़े सिम्पटम्स ने, जेकर किसी व्यक्ति नूं कोई डायबिटिक की, हाइपरटेंशन की, लिवर की, किडनी की कोई भी बीमारी चल रही हैगी जिथे ये बीमारी भयानक रूप ले सकती है, उन्होंने समय ते रहते असीं कुछ ना कुछ इंटरवेंशन दे के उन्हां दी जान बचा सकीए। मैनूं आस है कि इस मैसेज का तुहानूं असर पएगा ते तुसीं इस मैसेज नूं अपने आस-पास दे व्यक्तियां दे नाल भी साझा करोगे ते हो सकदा हैगा तुहाडे इस कारण तो किसी ना किसी व्यक्ति दी असीं जान बचा सकीए।
ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਆਲਰੇਡੀ ਮੀਡੀਆ ਦੇ ਰਾਹੀਂ ਪੰਜਾਬ ਸਰਕਾਰ ਵੱਲੋਂ ਵੀ ਇਹ ਸ਼ੇਅਰ ਕੀਤਾ ਜਾ ਚੁੱਕਾ ਹੈ, ਲੇਕਿਨ ਫॉर जस्ट फॉर द बेनिफिट, क्योंकि मेरे पास काफ़ी ज़्यादा लोगों का फ़ोन आता हैगा अक्सर वीकेंड ਦੇ ਇੰਸਟਰਕਸ਼ਨਸ ਨੂੰ लेते हुए। ਪੇਂਡੂ ਖੇਤਰ ਵਾਸਤੇ सैटरडे ਜਾਂ संडे वास्ते कोई भी कर्फ्यू आवर्स नहीं है। मैं रिपीट करना चाहती हूँ, पेंडू खेतर वास्ते कोई भी कर्फ्यू आवर्स वीकेंड दे कोई लागू नहीं है। सिर्फ और सिर्फ नाइट कर्फ्यू आवर्स ने ਜਿਹੜੇ ਆਲਰੇਡੀ ਪੂਰੇ ਹੀ ਸੂਬੇ ਦੇ ਵਿੱਚ ਲਾਗੂ ਹੈ। ਸ਼ਹਿਰੀ ਖੇਤਰ ਵਾਸਤੇ ਹੁਣ ਜੋ ਪਹਿਲੇ ਰਿਸਟ੍ਰਿਕਸ਼ਨ ਸੀਗੀ ਵੀਕਐਂਡ ਕਰਫਿਊ ਦੀ, ਇਸ ਨੂੰ ਘਟਾ ਕੇ ਹੁਣ सैटरडे मंडे से सैटरडे तक 9 बजे तक, रात के 9 बजे तक, सवेरे 5 बजे तो लेके रात के 9 बजे तक कोई भी शॉप, चाहे वो एसेंशियल हो चाहे नॉन एसेंशियल होवे, रिलीजियस प्लेसेस होन, स्पोर्ट कॉम्प्लेक्सेस होन, रेस्टोरेंट्स होन, लिकर वेंड्स होन, एक खुले रह सकते हैं। सिर्फ नॉन एसेंशियल आइटम्स की जिहड़ी शॉप्स हैंगी ਉਹ ਸੰਡੇ ਨੂੰ ਬੰਦ ਰਹਿਣਗੇ ਸਾਰੇ ਸ਼ਹਿਰਾਂ ਦੇ ਵਿੱਚੋਂ। ਬਾਕੀ ਐਸੈਂਸ਼ੀਅਲ ਆਈਟਮ ਦੀ ਸ਼ਾਪਸ, ਰਿਲੀਜੀਅਸ ਪਲੇਸਿਸ, ਜਿਹੜੇ ਧਾਰਮਿਕ ਸਥਾਨ ਹੈਗੇ ਸਾਡੇ ਸਪੋਰਟਸ ਕੰਪਲੈਕਸਸ ਜਿਹੜੇ ਨੇ, ਰੈਸਟੋਰੈਂਟਸ ਨੇ, ਲਿਕਰ ਵੈਂਡਸ ਨੇ, ਇਹ 7 ਦਿਨ ਹਫਤੇ ਦੇ 9 ਵਜੇ ਤੱਕ ਖੁੱਲੇ ਰਹਿ ਸਕਦੇ ਨੇ। ਇਸ ਦੇ ਵਿੱਚ ਇੰਪੋਰਟੈਂਟ ਗੱਲ ਇਹ ਵੀ ਹੈਗੀ ਕਿ ਜਿਹੜੇ ਹੈਲਥ ਕੇਅਰ ਇੰਸਟੀਟਿਊਸ਼ਨਸ ਹਨ, ਜੈਸੇ ਕਿ ਹਸਪੀਟਲ, ਲੈਬ, ਕੋਈ ਡਾਇਗਨੋਸਟਿਕ ਸੈਂਟਰ, ਕੋਈ ਕੈਮਿਸਟ ਸ਼ਾਪਸ, ਇਹ हफ्ते दे 7 दिन 24 घंटे खुला रख सकते हैं अपने आप को, ताकि लोगों ਨੂੰ दवाई वगैरह ਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਸਿਹਤ ਸੇਵਾਵਾਂ ਦੇ ਵਿੱਚ ਇਫੈਕਟ ਨਾ ਪਏ। ਨਾਲ ਹੀ ਐਸੈਂਸ਼ੀਅਲ ਸੇਵਾਵਾਂ ਕੀ ਹੁੰਦੀ ਹੈਗੀ, ਬਾਰ-ਬਾਰ ਲੋਕੀ ਮੈਨੂੰ ਪੁੱਛਦੇ ਨੇ, ਮੈਂ ਫਿਰ ਵੀ ਆਪਦੇ ਵਾਸਤੇ ਇਸ ਨੂੰ ਆਈਟਰੇਟ ਕਰਨਾ ਚਾਹੁੰਦੀ ਹਾਂ। ਨਾਲ ਹੀ ਜਿਹੜਾ नाइट कर्फ्यू है जो शहरों ਦੇ ਵਿੱਚ लागू रहेगा, वो रात के 9:30 बजे से सवेरे 5 बजे तक लागू रहेगा, तो ये हफ्ते ਦੇ 7 दिन है। इस करके आप सारिਆਂ ਨੂੰ ਬੇਨਤੀ है कि 9:30 बजे से रात में लेके सवेरे 5 बजे तक नाइट कर्फ्यू का पालन किया जाए। इस ਦੇ ਵਿੱਚ सिर्फ एसेंशियल एक्टिविटी, ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ट्रैवल ਹੁੰਦਾ ਹੈਗਾ, इंटरस्टेट ट्रैवल है या लोडिंग ऑफ कार्गो है या बस या ट्रेन का सफ़र हैगा वगैरह, ये सारी चीज़ें शामिल रहणगियां, इन्हां नूं एग्जैम्पशन है। एसेंशियल सर्विसेज दे विच जिहड़ी सेहत सेवावां दे नाल, खेतीबाड़ी दे सेवावां दे नाल, डेयरी फिशरी एक्टिविटी, बैंक, ATM, इंश्योरेंस कंपनीज, ऑनलाइन टीचिंग दे संबंध दे विच, पब्लिक यूटिलिटी, पब्लिक ट्रांसपोर्ट, इंडस्ट्री जिहड़ी हैगी, इंडस्ट्रीयल शिफ्ट्स जिहड़े ने, कंस्ट्रक्शन इंडस्ट्री जिहड़ी है, ਤੇ ਨਾਲ ਹੀ ਆਫਿਸ ਜਿਹੜੇ ਨੇ, ਚਾਹੇ ਉਹ ਗਵਰਨਮੈਂਟ ਹੋਏ ਜਾਂ ਪ੍ਰਾਈਵੇਟ ਹੋਏ, ਦੋਨੋਂ ਸ਼ਾਮਿਲ ਹੈ। ਇਸ ਕਰਕੇ ਸਾਰਿਆਂ ਦੇ ਨਾਲ ਮੈਂ ਇਹ ਇੰਸਟਰਕਸ਼ਨਸ ਬੜੀ ਡਿਟੇਲ ਦੇ ਵਿੱਚ ਇਸ ਲਈ ਸ਼ੇਅਰ ਕਰਨਾ ਚਾਹ ਰਹੀ ਸੀ, ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਵੀਕਐਂਡ ਨੂੰ ਲੈ ਕੇ। एक चीज ध्यान देने वाली है कि हुण भी सरकार वालों ਜਿਹੜਾ सोशल फंक्शन है, रिलीजियस फंक्शन है, प्रोटेस्ट और डेमोन्स्ट्रेशन है, इसके ऊपर पूरी तरह से रोक है। शादियां वास्ते 30 ਬੰਦਿਆਂ ਦੇ ਲਈ ਛੂਟ ਹੋਵੇਗੀ, ਸੰਸਕਾਰ ਵਾਸਤੇ 20 ਵਿਅਕਤੀ ਸ਼ਾਮਿਲ ਹੋ ਸਕਦੇ ਨੇ, ਤੇ ਇਹ ਪੂਰੀ ਸਖਤੀ ਨਾਲ ਲਾਗੂ ਹੋਏਗਾ। ਕੰਟੇਨਮੈਂਟ ਜ਼ੋਨ ਦੇ ਵਿੱਚ ਪੂਰੀ ਮੈਂਡੇਟਰੀ ਸੈਂਪਲਿੰਗ ਹੋਏਗੀ। ਜਿਹੜੇ ਵੀ ਕੰਟੇਨਮੈਂਟ ਜ਼ੋਨ ਸਾਡੇ ਕੋਲ ਬਣੇ ਹੋਏ ਨੇ ਇਸ ਵਕਤ, ਜਿਵੇਂ ਕਿ ਸ਼ਿਵਾਲਿਕ ਐਵਨਿਊ ਨੰਗਲ ਦੇ ਵਿੱਚ ਹੈਗਾ ਤੇ ਭਰਤਗੜ੍ਹ ਦੇ ਵਿੱਚ ਹੈ ਕੰਟੇਨਮੈਂਟ ਜ਼ੋਨ, ਇਹ ਲਾਗੂ ਰਹਿਣਗੇ। ਔਰ मैंडेटरी सैंपलिंग जब तक इन्हां दी 100% नहीं हो जाती, तद तक इन्हां दे विच ढील नहीं दी जा सकती हैगी। हालांकि जिहड़े इंट्रेंस टेस्ट और बोर्ड एग्जामिनेशनस वगैरह दे, यूनिवर्सिटी दे एग्जामिनेशनस दे बच्चे ने, उन्हां नूं ये परमिशन मिल सकती हैगी अपने SDM दफ्तर तो, जेकर वो पास बनवाना चाहते हैं वो कर सकते हैं। इस तो इलावा वहीकुलर मूवमेंट में 3 ਬੰਦਿਆਂ ਨੂੰ ही एक 4 व्हीलर ਦੇ ਵਿੱਚ बैठण ਦੀ ਪ੍ਰਵਾਨਗੀ ਹੋਏਗੀ। ਨਾਲ ਹੀ ਗਵਰਨਮੈਂਟ ਔਰ ਪ੍ਰਾਈਵੇਟ ਆਫਿਸਿਸ ਦੇ ਵਿੱਚ ਕੋਵਿਡ ਮੋਨੀਟਰਸ ਲਗਾਏ ਜਾਣਗੇ, ਜਿਹੜੇ ਇਹ ਕੰਟਰੋਲ ਕਰਨਗੇ ਕਿ ਉਸ ਆਫਿਸ ਦੇ ਵਿੱਚ ਕੋਵਿਡ ਦੇ ਪ੍ਰੀਕਾਸ਼ਨਸ ਫੋਲੋ ਹੋ ਰਹੇ ਨੇ ਕਿ ਨਹੀਂ ਹੋ ਰਹੇ। ਨਾਲ ਹੀ 50% ਤੋਂ ਘੱਟ ਹੀ ਸਟਾਫ ਜੋ ਹੈ ਆਫਿਸ ਦੇ ਵਿੱਚ ਮੌਜੂਦ ਰਹਿ ਸਕਦਾ ਹੈ ਇੱਕ ਸਮੇਂ ਤੇ। ਬਾਕੀ ਸਟਾਫ ਜੇਕਰ ਆਫੀਸ਼ੀਅਲ ਜਾਂ ਫੀਲਡ ਡਿਊਟੀ ਦੇ ਵੀ ਰਹਿੰਦਾ ਹੈਗਾ,
तो इसनूं नहीं मानिया तो इसनूं कंसीडर किया जाएगा, लेकिन एक ऑफिस स्पेस ਦੇ ਵਿੱਚ 50% ही स्टाफ एक समय रह सकता है। ये कुछ मुढ़ली चीजें सीगी जो मैं आपके साथ साझा करना चाहती सी। जेकर ਤੁਹਾਨੂੰ कोई भी इशू है, कोई हेल्थ रिलेटेड हैगा, ਤੁਸੀਂ 104 ਤੇ ਮੈਡੀਕਲ ਹੈਲਪਲਾਈਨ ਦੇ ਵਿੱਚ ਡਾਇਲ ਕਰ ਸਕਦੇ ਹੋ। 112 ਤੇ ਤੁਸੀਂ ਹੋਰ ਕਿਸੇ ਵੀ ਸੰਬੰਧ ਦੇ ਵਿੱਚ, ਜਿਵੇਂ ਕਿ ਤੁਸੀਂ ਅਗਰ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਆਪਣਾ ਕੁਆਰੰਟਾਈਨ ਸਟੇਟਸ ਜਾਂ ਫਿਰ ਕਿਸੇ ਹੋਰ ਦੇ ਬਾਹਰ ਆਉਣ ਜਾਣ ਵੇਲੇ ਦਾ ਵੇਰਵਾ, ਤੁਸੀਂ ਉਹ ਸ਼ੇਅਰ ਕਰ ਸਕਦੇ ਹੋ। ਨਾਲ ਹੀ ਆਪਣੀ ਕੁਐਰੀ ਵਾਸਤੇ ਤੁਸੀਂ dc.rpr@punjab.gov.in ਤੇ ਵੀ ਸੰਪਰਕ ਕਰ ਸਕਦੇ ਹੋ। ਤੇ ਇਹ ਅੱਜ ਦੀ ਜਾਣਕਾਰੀ ਸੀਗੀ, ਤੇ ਨਾਲ ਮੈਂ ਆਪਣੇ ਨਾਲ ਫਿਰ ਵਾਪਸ ਅਗਲੇ ਹਫਤੇ ਜਾਣਕਾਰੀ ਸਾਂਝਾ ਕਰਾਂਗੀ ਡਿਸਟ੍ਰਿਕਟ ਦੇ ਕੋਵਿਡ ਹਾਲਾਤਾਂ ਨੂੰ ਲੈ ਕੇ। ਲੇਕਿਨ ਉਸ ਤੋਂ ਪਹਿਲਾਂ ਕੁਝ ਚੀਜ਼ਾਂ, मास्क की वरतों जरूर करिए, सोशल डिस्टेंसिंग का पालन करिए, सैनिटाइजर का इस्तेमाल करिए और कंटेनमेंट जोन में जेकर आप हैं तो बाहर ना निकलिए। कंटेनमेंट जोन दे विच सैंपलिंग जरूर कराए। ये सैंपलिंग आपकी सेहत के वास्ते, आपकी सेफ्टी वास्ते ये बहुत जरूरी है ते ये सरकार वालों फ्री कराई जाती हैगी। और जेकर तुसी प्राइवेट लैब तो भी अपना कोई सैंपल वगैरह कराना चाहते हो तो उस दे वास्ते भी प्राइस फिक्सेशन गवर्नमेंट वालों की गई हैगी, जिस दे विच 2400 रुपए RT-PCR का हैगा, 700 रुपए एंटीबॉडी RET टेस्टिंग का हैगा, एंटीजन टेस्टिंग का हैगा, ते एंटीबॉडी टेस्टिंग का रेट जिहड़ा हैगा वो 250 रुपए रखा गया हैगा। ते इस मैक्सिमम रेट तो चार्ज करते हुए कोई भी प्राइवेट हॉस्पिटल तो तुसी अपना टेस्ट भी करवा सकते हो। ते आज के लिए इतना ही। थैंक यू सो मच। और अगर जेकर तुहाडा कोई भी अगर इशू है प्लीज़ सानू मेल करो, सानू लिखो। असी चाहते हैं कि ਤੁਹਾਡੀ ਕਮਿਊਨਿਟੀ ਸਪੋਰਟ ਤੋਂ ਅਸੀਂ ਜਿਹੜੀ ਅਫਵਾਹ ਫੈਲ ਰਹੀ ਹੈਗੀ, ਜਿਹੜੀ ਇਹ ਦੁਸ਼ਪ੍ਰਚਾਰ ਹੋ ਰਿਹਾ ਹੈਗਾ, ਇਸ ਨੂੰ ਰੋਕੀਏ ਤੇ ਨਾਲੇ ਕਿਸੇ ਨਾ ਕਿਸੇ ਜ਼ਿੰਦਗੀ ਨੂੰ ਅਸੀਂ ਰੁਲਣੇ ਤੋਂ ਬਚਾ ਸਕੀਏ। ਅਸੀਂ ਉਹਨਾਂ ਨੂੰ ਸਮੇਂ ਤੇ ਸਿਹਤ ਸੇਵਾਵਾਂ ਜਿਹੜੀ ਹੈਗੀ ਉਸ ਸਮੇਂ ਤੋਂ ਬਚਾ ਸਕੀਏ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਅਗਲੇ ਹਫਤੇ ਫਿਰ 7 ਵਜੇ ਸ਼ਾਮ ਮਿਲਦੇ ਨੇ।